ਵਿਦਿਆਰਥੀਆਂ ਵੱਲੋਂ ਅਕਸਰ ਸਵਾਲ ਕੀਤਾ ਜਾਂਦਾ ਹੈ ਕਿ ਸਾਹਿਤ ਕੀ ਹੈ। ਇਹ ਜਿੰਨਾ ਸਮਝਣਾ ਆਸਾਨ ਹੈ, ਇਸ ਨੂੰ ਪਰਿਭਾਸ਼ਿਤ ਕਰਨਾ ਕਈ ਵਾਰੀ ਉਨਾ ਹੀ ਮੁਸ਼ਕਲ ਜਾਪਦਾ ਹੈ। ਜਦੋਂ ਅਸੀਂ ਸਾਹਿਤ ਬਾਰੇ ਗੱਲ ਕਰਦੇ ਹਾਂ ਤਾਂ ਇਸ ਦੇ ਅਰਥਾਂ ਨੂੰ ਸਮਝਣ ਲਈ, ਇਸ ਦੀ ਪਰਿਭਾਸ਼ਾ ਨੂੰ ਸਮਝਣ ਲਈ ਸਾਨੂੰ ਇਹਨੂੰ ਵੱਖ-ਵੱਖ ਤਰੀਕੇ ਨਾਲ ਦੇਖਣਾ ਅਤੇ ਸਮਝਣਾ ਪੈਂਦਾ ਹੈ। ਹਰ ਵਿਸ਼ਾ ਜਿਸ ਨੂੰ ਅਸੀਂ ਪੜ੍ਹਦੇ ਜਾਂ ਸਮਝਦੇ ਹਾਂ, ਉਸ ਦਾ ਇੱਕ ਵਿਸ਼ੇਸ਼ ਆਧਾਰ ਖੇਤਰ ਹੁੰਦਾ ਹੈ। ਉਹ ਹੁੰਦਾ ਹੈ ਉਸ ਦਾ ਮਨੁੱਖੀ ਜੀਵਨ ਨਾਲ ਸੰਬੰਧ। ਜਦੋਂ ਕੋਈ ਵਿਅਕਤੀ ਅਰਥ ਸ਼ਾਸਤਰ ਦੀ ਪੜ੍ਹਾਈ ਕਰਦਾ ਹੈ ਤਾਂ ਉਸ ਨੂੰ ਮੁਲਕ ਦੇ, ਸਮਾਜ ਦੇ ਅਰਥਚਾਰੇ ਬਾਰੇ ਜਾਣਕਾਰੀ ਮਿਲਦੀ ਹੈ। ਜਦੋਂ ਕੋਈ ਵਿਅਕਤੀ ਮਨੋਵਿਗਿਆਨ ਪੜ੍ਹਦਾ ਹੈ ਤਾਂ ਉਸ ਰਾਹੀਂ ਉਸ ਨੂੰ ਮਨੁੱਖੀ ਮਨ ਦੀਆਂ ਡੂੰਘਾਣਾਂ, ਮਨੁੱਖ ਦਾ ਵਿਹਾਰ, ਇਹਦੇ ਬਾਰੇ ਜਾਣਕਾਰੀ ਮਿਲਦੀ ਹੈ। ਜਦੋਂ ਕੋਈ ਫਿਜ਼ਿਕਸ ਪੜ੍ਹਦਾ ਹੈ ਤਾਂ ਉਸ ਨਾਲ ਸੰਸਾਰ ਦੇ, ਸ੍ਰਿਸ਼ਟੀ ਦੇ, ਸਾਡੇ ਆਲੇ ਦੁਆਲੇ ਦੇ, ਬ੍ਰਹਿਮੰਡ ਦੇ ਭੌਤਿਕ ਵਰਤਾਰੇ ਕਿਹੜੇ ਹਨ, ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ। ਮੇਰਾ ਕਹਿਣ ਤੋਂ ਮਤਲਬ ਕਿ ਹਰ ਵਿਸ਼ੇ ਦਾ ਇੱਕ ਆਪਣਾ ਕਾਰਜ ਖੇਤਰ ਹੁੰਦਾ ਹੈ। ਜਦੋਂ ਅਸੀਂ ਉਸ ਦਾ ਅਧਿਐਨ ਕਰਦੇ ਹਾਂ ਤਾਂ ਉਸ ਕਾਰਜ ਖੇਤਰ ਅਨੁਸਾਰ ਉਸ ਨੂੰ ਉਸ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਪ੍ਰਕਾਰ ਹੀ ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਦੋ ਮਨੁੱਖਾਂ ਦੇ ਸਹਿ ਸੰਬੰਧਾਂ ਦੀ ਗੱਲ ਕਰਦਾ ਹੈ, ਦੋ ਮਨੁੱਖਾਂ ਤੇ ਭਾਵਨਾਤਮਕ ਸਾਂਝ ਦੀ ਗੱਲ ਕਰਦਾ ਹੈ। ਇੱਕ ਮਨੁੱਖ ਦੂਸਰੇ ਮਨੁੱਖ ਬਾਰੇ, ਇੱਕ ਮਨੁੱਖ ਬਹੁਤ ਸਾਰੇ ਮਨੁੱਖਾਂ ਬਾਰੇ, ਇੱਕ ਮਨੁੱਖ ਪੂਰੇ ਸਮਾਜ ਬਾਰੇ, ਪੂਰੀ ਲੋਕਾਈ ਬਾਰੇ, ਪੂਰੇ ਬ੍ਰਹਿਮੰਡ ਬਾਰੇ ਕਿਸ ਤਰੀਕੇ ਨਾਲ ਸੋਚਦਾ ਹੈ, ਇਹ ਸਾਰਾ ਕੁਝ ਸਾਹਿਤ ਦੇ ਕਲੇਵਰ ਵਿੱਚ, ਸਾਹਿਤ ਦੇ ਖੇਤਰ ਵਿੱਚ ਆ ਜਾਂਦਾ ਹੈ। ਕੋਈ ਵੀ ਜਾਗਰੂਕ ਮਨੁੱਖ ਜਿਸ ਕੋਲ ਆਪਣੀ ਇੱਕ ਦ੍ਰਿਸ਼ਟੀ ਹੈ, ਉਹ ਸੰਸਾਰ ਨੂੰ ਦੇਖਦਾ ਹੈ ਅਤੇ ਜਦੋਂ ਦੇਖੇ ਹੋਏ ਸੰਸਾਰ ਵਿੱਚੋਂ ਕੀਤੇ ਹੋਏ ਅਨੁਭਵ ਨੂੰ ਸ਼ਬਦਾਂ ਦੇ ਮਾਧਿਅਮ ਰਾਹੀਂ ਸਾਡੇ ਸਾਹਮਣੇ ਪਰੋਸਦਾ ਹੈ ਤਾਂ ਉਸ ਪਰੋਸੇ ਗਏ ਵਰਤਾਰੇ ਨੂੰ, ਉਸ ਪੇਸ਼ ਕੀਤੀ ਗਈ ਰਚਨਾ ਨੂੰ ਸਾਹਿਤ ਕਿਹਾ ਜਾਂਦਾ ਹੈ। ਸਾਹਿਤ ਦੇ ਵਿੱਚ ਬਹੁਤ ਸਾਰੀਆਂ ਕੋਟੀਆਂ ਹਨ, ਪੇਸ਼ਕਾਰੀ ਦੇ ਬਹੁਤ ਸਾਰੇ ਢੰਗ ਹਨ। ਜਦੋਂ ਇੱਕ ਮਨੁੱਖ ਦੂਸਰੇ ਮਨੁੱਖ ਬਾਰੇ ਕੀਤੇ ਗਏ ਅਨੁਭਵ ਨੂੰ ਕਥਾ ਜਾਂ ਕਹਾਣੀ ਦੇ ਰੂਪ ਦੇ ਵਿੱਚ, ਬਿਰਤਾਂਤ ਦੇ ਰੂਪ ਵਿੱਚ ਸੁਣਾਉਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਗਲਪ ਸਾਹਿਤ ਦੀ ਸਿਰਜਣਾ ਕਰ ਰਿਹਾ ਹੈ। ਜਦੋਂ ਕੋਈ ਵਿਅਕਤੀ ਪ੍ਰਸ਼ਨ ਉੱਤਰ ਦੀ ਭਾਸ਼ਾ ਵਿੱਚ ਇੱਕ ਦੂਸਰੇ ਨਾਲ ਗੱਲਬਾਤੀ ਤਰੀਕੇ ਨਾਲ ਆਪਣੀ ਗੱਲ ਦੂਸਰੇ ਵਿਅਕਤੀਆਂ ਨਾਲ ਸਾਂਝੀ ਕਰਦਾ ਹੈ ਤਾਂ ਅਸੀਂ ਆਖਦੇ ਹਾਂ ਕਿ ਇਹ ਸਾਹਿਤ ਦਾ ਨਾਟਕ ਰੂਪ ਹੈ। ਇਸ ਪ੍ਰਕਾਰ ਹੀ ਜਦੋਂ ਕੋਈ ਵਿਅਕਤੀ ਸਰੋਦੀ ਰੂਪ ਦੇ ਵਿੱਚ ਗਾ ਕੇ ਸੁਰ ਦੇ ਵਿੱਚ ਆਪਣੀ ਗੱਲ, ਆਪਣੇ ਸ਼ਬਦ ਦੂਸਰਿਆਂ ਨਾਲ ਸਾਂਝੇ ਕਰਦਾ ਹੈ ਤਾਂ ਉੱਥੇ ਅਸੀਂ ਆਖਦੇ ਹਾਂ ਕਿ ਸਾਹਿਤਕਾਰ ਨੇ ਕਾਵਿ ਸਾਹਿਤ ਰੂਪ ਦੀ ਵਰਤੋਂ ਕੀਤੀ ਗਈ ਹੈ। ਇਸ ਪ੍ਰਕਾਰ ਹੀ ਜਦੋਂ ਕੋਈ ਸਾਹਿਤਕਾਰ ਗਿਆਨਮਈ ਤਰੀਕੇ ਨਾਲ, ਵਿਵੇਕ ਨਾਲ, ਆਪਣੇ ਬੋਧ ਨਾਲ ਸ਼ਬਦਾਂ ਦੀ, ਵਾਕਾਂ ਦੀ ਚੋਣ ਕਰਕੇ ਆਪਣੇ ਵਿਚਾਰਾਂ ਨੂੰ ਦੂਸਰੇ ਵਿਅਕਤੀਆਂ ਤੱਕ ਲੈ ਕੇ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਵਿਅਕਤੀ ਵਾਰਤਕ ਸਾਹਿਤ ਰੂਪ ਦੀ ਚੋਣ ਕਰ ਰਿਹਾ ਹੈ। ਇਹ ਕੁਝ ਪ੍ਰਮੁੱਖ ਪੱਖ ਹੁੰਦੇ ਹਨ ਜਿਨ੍ਹਾਂ ਰਾਹੀਂ ਇੱਕ ਵਿਅਕਤੀ ਆਪਣੀਆਂ ਭਾਵਨਾਵਾਂ ਦੂਸਰੇ ਵਿਅਕਤੀਆਂ ਨਾਲ ਸਾਂਝੀਆਂ ਕਰਦਾ ਹੈ ਤੇ ਉਸ ਦੇ ਨਾਲ ਸਾਹਿਤ ਦੀ ਚੋਣ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸਾਹਿਤ ਹੈ ਬੁਨਿਆਦੀ ਤੌਰ ਤੇ ਇੱਕ ਮਨੁੱਖ ਦੀਆਂ ਭਾਵਨਾਵਾਂ ਦੂਸਰੇ ਮਨੁੱਖ ਨਾਲ ਸਾਂਝੀਆਂ ਕਰਨ ਦੀ ਕਲਾ ਹੈ। ਭਾਵਨਾਵਾਂ ਬਹੁਤ ਤਰੀਕੇ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਇੱਕ ਵਿਅਕਤੀ ਦੂਸਰੇ ਨੂੰ ਫੁੱਲ ਤੋੜ ਕੇ ਦਿੰਦਾ ਹੈ ਤਾਂ ਉਸ ਦੀ ਭਾਵਨਾ ਦੂਸਰੇ ਤੱਕ ਪਹੁੰਚ ਗਈ। ਇੱਕ ਵਿਅਕਤੀ ਕਿਸੇ ਨੂੰ ਤਸਵੀਰ ਬਣਾ ਕੇ ਪੇਸ਼ ਕਰਦਾ ਹੈ ਤਾਂ ਚਿੱਤਰਕਲਾ ਰਾਹੀਂ ਭਾਵਨਾ ਪਹੁੰਚ ਗਈ। ਇੱਕ ਵਿਅਕਤੀ ਕੋਈ ਸੰਗੀਤ ਦਾ ਇਨਸਟਰੂਮੈਂਟ ਵਜਾਉਂਦਾ ਹੈ ਤਾਂ ਉਹ ਆਪਣੀ ਭਾਵਨਾ ਦੂਸਰੇ ਲੋਕਾਂ ਤੱਕ ਪਹੁੰਚਾ ਰਿਹਾ ਹੈ। ਇਸ ਪ੍ਰਕਾਰ ਹੀ ਜਦੋਂ ਕੋਈ ਵਿਅਕਤੀ ਸ਼ਬਦ ਦੇ ਮਾਧਿਅਮ ਰਾਹੀਂ ਆਪਣੀ ਭਾਵਨਾ ਦੂਸਰੇ ਲੋਕਾਂ ਤੱਕ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਸਾਹਿਤ ਦਾ ਰੂਪ ਬਣ ਜਾਂਦਾ ਹੈ। ਪਰੰਤੂ ਸਿਰਫ ਭਾਵਨਾ ਨੂੰ ਦੂਸਰੇ ਤੱਕ ਪਹੁੰਚਾਉਣ ਨਾਲ ਕੋਈ ਰਚਨਾ ਜਾਂ ਲਿਖਤ ਸਾਹਿਤ ਨਹੀਂ ਬਣ ਸਕਦੀ। ਅਖਬਾਰ ਦੇ ਵਿੱਚ ਹਰ ਰੋਜ਼ ਅਸੀਂ ਬਿਆਨ ਪੜ੍ਹਦੇ ਹਾਂ ਕਿ ਇੱਕ ਨੇਤਾ ਨੇ ਦੂਸਰੇ ਨੇਤਾ ਦੇ ਬਾਰੇ ਇਹ ਕਿਹਾ, ਮਾੜਾ ਕਿਹਾ, ਚੰਗਾ ਕਿਹਾ। ਇਹ ਵੀ ਇੱਕ ਕਿਸਮ ਨਾਲ ਸ਼ਬਦ ਦੇ ਮਾਧਿਅਮ ਰਾਹੀਂ ਦੂਸਰੇ ਵਿਅਕਤੀ ਤੱਕ ਪਹੁੰਚਾਈ ਗਈ ਆਪਣੀ ਮਾਨਸਿਕ ਭਾਵਨਾ ਹੀ ਹੈ, ਪਰੰਤੂ ਇਹ ਸਾਹਿਤ ਨਹੀਂ ਹੈ। ਜਦੋਂ ਕੋਈ ਵਿਅਕਤੀ ਕਲਾਮਈ ਤਰੀਕੇ ਨਾਲ ਉਸ ਦੇ ਵਿੱਚ ਆਪਣੀ ਕਲਪਨਾ ਨੂੰ ਸ਼ਾਮਲ ਕਰਕੇ ਆਪਣੀ ਭਾਵਨਾ ਦੂਸਰੇ ਵਿਅਕਤੀ ਤੱਕ ਪਹੁੰਚਾਵੇ ਤਾਂ ਉਸ ਨੂੰ ਹੀ ਸਾਹਿਤ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਸ਼ਬਦਾਂ ਦੀ ਜੜਤ, ਸ਼ਬਦਾਂ ਦੀ ਬਣਤਰ ਅਤੇ ਉਹ ਸ਼ਬਦਾਂ ਦਾ ਵਹਾਅ ਜਿਹੜਾ ਉਹ ਮੁੱਖ
ਰੋਲ ਪਲੇ ਕਰਦਾ ਹੈ, ਮੁੱਖ ਹਿੱਸਾ ਅਦਾ ਕਰਦਾ ਹੈ, ਤਾਂ ਹੀ ਉਹ ਵਰਤਾਰਾ ਜਿਹੜਾ ਉਹ ਸਾਹਿਤ ਆਖਿਆ ਜਾ ਸਕਦਾ ਹੈ। ਵਰਨਾ ਕਿਸੇ ਵੀ ਪ੍ਰਕਾਰ ਦੇ ਲਿਖੇ ਹੋਏ ਜਿਹੜੇ ਸ਼ਬਦ ਹੈ ਉਹਨਾਂ ਨੂੰ ਅਸੀਂ ਸਾਹਿਤ ਦੀ ਕੋਟੀ ਦੇ ਅੰਤਰਗਤ ਰੱਖ ਕੇ ਨਹੀਂ ਦੇਖ ਸਕਦੇ, ਜਾਂ ਹਰ ਇੱਕ ਲਿਖਤ ਨੂੰ ਅਸੀਂ ਸਾਹਿਤ ਨਹੀਂ ਕਹਿ ਸਕਦੇ। ਲਿਖਤ ਉਹੀ ਸਾਹਿਤ ਬਣਦੀ ਹੈ ਜਿਸ ਦੇ ਵਿੱਚ ਕੁਝ ਸਾਹਿਤ ਦੇ ਬੁਨਿਆਦੀ ਤੱਤ ਹੈ ਜਿਹੜੇ, ਜਿਨ੍ਹਾਂ ਦੇ ਵਿੱਚ ਮਨੁੱਖ ਦੇ ਭਾਵਾਂ ਦਾ ਤੱਤ, ਥੋੜ੍ਹਾ ਬੋਧ ਜਾਂ ਵਿਚਾਰਾਂ ਦਾ ਤੱਤ, ਥੋੜ੍ਹਾ ਕਲਪਨਾ ਦਾ ਤੱਤ, ਥੋੜ੍ਹਾ ਸ਼ੈਲੀ ਜਾਂ ਪ੍ਰਗਟਾਅ ਦਾ ਤੱਤ, ਤੇ ਅਖੀਰ ਦੇ ਵਿੱਚ ਉਸ ਦੇ ਮਨ ਦੀ ਅਵਸਥਾ, ਵੇਗ, ਭਾਵਨਾਵਾਂ ਤੇ ਅਨੁਭਵ ਮਿਲ ਜਾਂਦੀਆਂ। ਤੇ ਜਦੋਂ ਇਹਨਾਂ ਸਾਰੇ ਪੱਖਾਂ ਦਾ ਇੱਕ ਸਮੁੱਚ, ਇੱਕ ਸੁਰ, ਇੱਕ ਤਾਲ, ਇੱਕ ਲੈਅ ਦੇ ਵਿੱਚ ਇਹ ਸਾਰੀਆਂ ਗੱਲਾਂ ਪਰੋਈਆਂ ਜਾਂਦੀਆਂ ਹਨ, ਤਾਂ ਉਸ ਦੇ ਵਿੱਚੋਂ ਫਿਰ ਵਧੀਆ ਨਾਵਲ, ਵਧੀਆ ਨਾਟਕ, ਵਧੀਆ ਕਹਾਣੀ, ਵਧੀਆ ਕਵਿਤਾ, ਵਧੀਆ ਲੇਖ ਜਨਮ ਲੈਂਦੇ ਹਨ, ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਤਰੀਕਿਆਂ ਨਾਲ ਪੜ੍ਹਦੇ ਹਾਂ। ਉਹਨਾਂ ਸਾਰਿਆਂ ਦੇ ਵਿੱਚੋਂ ਸਾਨੂੰ ਇੱਕ ਵਿਸ਼ੇਸ਼ ਕਿਸਮ ਦਾ ਅਨੁਭਵ ਹੁੰਦਾ ਹੈ ਜੋ ਸਾਨੂੰ, ਸਾਡੇ ਮਨ ਨੂੰ ਸਕੂਨ ਦਿੰਦਾ ਹੈ। ਜਦੋਂ ਅਸੀਂ ਕਿਸੇ ਰਚਨਾ ਨੂੰ ਪੜ੍ਹਦੇ ਹਾਂ ਤਾਂ ਉਸ ਦੇ ਵਿੱਚੋਂ ਜੇ ਸਾਨੂੰ ਇਹ ਸਾਰੇ ਤੱਤਾਂ ਦੇ ਵਿੱਚੋਂ ਕੁਝ ਤੱਤਾਂ ਦਾ ਵਿਖਿਆਨ ਹਾਸਲ ਹੁੰਦਾ ਹੈ, ਕੁਝ ਤੱਤਾਂ ਦਾ ਅਨੁਭਵ ਹਾਸਲ ਹੁੰਦਾ ਹੈ, ਤਾਂ ਅਸੀਂ ਉਸ ਰਚਨਾ ਨੂੰ ਸਾਹਿਤ ਦੀ ਕੋਟੀ ਦੇ ਵਿੱਚ ਰੱਖ ਸਕਦੇ ਹਾਂ। ਇਹੀ ਬੁਨਿਆਦੀ ਗੱਲ ਹੈ ਜਿਹੜੀ ਸਾਹਿਤ ਅਤੇ ਅਸਹਿਤ ਨੂੰ ਨਿਖੇੜਦੀ ਹੈ। ਬਹੁਤ ਵਾਰੀ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਜੋ ਰਚਨਾ ਅਸੀਂ ਪੜ੍ਹ ਰਹੇ ਹਾਂ ਇਹ ਸਾਹਿਤ ਹੈ ਜਾਂ ਸਾਹਿਤ ਨਹੀਂ ਹੈ। ਜੇਕਰ ਕਿਸੇ ਰਚਨਾ ਦੇ ਵਿੱਚ ਮਨੁੱਖੀ ਭਾਵ, ਮਨੁੱਖੀ ਵਿਚਾਰ, ਮਨੁੱਖੀ ਬੌਧਿਕਤਾ, ਵਧੀਆ ਸ਼ੈਲੀ, ਵਧੀਆ ਭਾਸ਼ਾ ਰਾਹੀਂ ਭਾਵਨਾਤਮਕ ਰੂਪ ਦੇ ਵਿੱਚ ਨਹੀਂ ਪੇਸ਼ ਕੀਤੀ ਗਈ ਤਾਂ ਉਹ ਸਾਹਿਤ ਨਹੀਂ ਹੈ। ਸਾਹਿਤ ਕੋਈ ਰਚਨਾ ਉਦੋਂ ਹੀ ਬਣਦੀ ਹੈ ਜਦੋਂ ਇਹ ਸਾਰੇ ਤੱਤ ਸਮੂਹ ਲਈ, ਵਿਸ਼ੇਸ਼ ਵਿਅਕਤੀ ਤੋਂ ਹਟ ਕੇ ਸਮੁੱਚ ਲਈ, ਆਮ ਵਿਅਕਤੀਆਂ ਦਾ ਅਨੁਭਵ ਬਣ, ਉਦੋਂ ਹੀ ਉਸ ਰਚਨਾ ਨੂੰ ਸਾਹਿਤ ਕਿਹਾ ਜਾਂਦਾ ਹੈ। ਇਸੇ ਲਈ ਕਦੇ ਸਾਹਿਤ ਨੂੰ ਦੁਨੀਆ ਦਾ ਦਿਲ, ਕਦੇ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ, ਕਦੇ ਸਾਹਿਤ ਨੂੰ ਭਾਵਨਾਵਾਂ ਦਾ ਸਮੁੰਦਰ, ਕਦੇ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਵਚਨ, ਇਹਨਾਂ ਵੱਖ-ਵੱਖ ਤਸ਼ਬੀਹਾਂ ਨਾਲ, ਵੱਖ-ਵੱਖ ਵਿਚਾਰਾਂ ਨਾਲ ਸਾਹਿਤ ਨੂੰ ਜਾਣਨ ਦੀ, ਸਾਹਿਤ ਨੂੰ ਪਰਿਭਾਸ਼ਿਤ ਕਰਨ ਦੀ ਜਾਂ ਸਾਹਿਤ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਪ੍ਰਕਾਰ ਅਸੀਂ ਸੰਖੇਪ ਰੂਪ ਦੇ ਵਿੱਚ ਸਾਹਿਤ ਕੀ ਹੈ ਉਸ ਨੂੰ ਸਮਝ ਸਕਦੇ ਹਾਂ। ਧੰਨਵਾਦ।